ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਆ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਨਾ, ਹੋਮੇ ਵਿੱਚੋਂ ਜਾਏ। ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ। ਕਿਵੇਂ ਸਫਲ ਹੁੰਦੀ ਹੈ? ਜੇ ਕੋ ਕਰੇ ਚਿਤ ਲਾਏ, ਜਿਹੜੀ ਚੀਜ਼ ਚਿੱਤ ਲਾ ਕੇ ਕੀਤੀ ਜਾਵੇ। ਚਿੱਤ ਦਾ ਭਾਵ ਹੁੰਦਾ ਸਰਦਾ ਤੇ ਵਿਵੇਕ ਦਾ ਸੁਮੇਲ। ਜਿਹਦੇ ਅੰਦਰ ਸ਼ਰਧਾ ਵੀ ਹੋਵੇ ਤੇ ਵਿਵੇਕ ਵੀ ਹੋਵੇ ਉਸ ਸੇਵਾ ਦੇ ਅੰਦਰ, ਫਿਰ ਉਹ ਸੇਵਾ ਦਾ ਫਲ ਜਿਹੜਾ ਹੈ ਨਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸੋ ਇਹ ਜਿਹੜੀ ਸੇਵਾ ਹੈ ਨਾ, ਇਹ ਸਾਨੂੰ ਜਿਹੜਾ ਮਨ ਚਿੰਦਿਆ ਫਲ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਦੀ ਆ। ਪਰ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਅਸੀਂ ਸੇਵਾ ਤਾਂ ਕਈ ਵਾਰੀ ਕਰਦੇ ਹਾਂ, ਪਰ ਉਹ ਜਿਹੜੀ ਸੇਵਾ ਹੈ ਨਾ, ਉਹ ਵਿਵੇਕ ਤੋਂ ਰਹਿਤ ਹੋ ਕੇ ਜਿਹੜੀ ਕੀਤੀ ਜਾਂਦੀ ਆ, ਉਹ ਸੇਵਾ ਸਾਨੂੰ ਮਹਾਂਪੁਰਖਾਂ ਦੀ ਪ੍ਰਸੰਨਤਾ ਜਿਹੜੀ ਹੈ ਨਾ ਉਹ ਤੋਂ ਵਾਂਝਾ ਰੱਖਦੀ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਹਰੇਕ ਚੀਜ਼ ਦੇ ਵਿੱਚ, ਹਰੇਕ ਕਾਰਜ ਦੇ ਵਿੱਚ, ਚਾਹੇ ਉਹ ਦੁਨਿਆਵੀ ਹੋਵੇ ਜਾਂ ਧਾਰਮਿਕ ਹੋਵੇ, ਵਿਵੇਕ ਬੁੱਧ ਦੀ ਜਿਹੜੀ ਲੋੜ ਹਮੇਸ਼ਾ ਹੀ ਰਹਿੰਦੀ ਆ। ਸੋ ਵਿਵੇਕ ਵਿੱਚ ਕੀਤੇ ਕੰਮ ਜਿਹੜੇ ਹਨ ਉਹ ਹੀ ਕਾਰਗਰ ਸਿੱਧ ਹੁੰਦੇ ਆ। ਜਿਵੇਂ ਇੱਕ ਮਹਾਂਪੁਰਖ ਦੱਸਦੇ ਸੀ ਕਿ ਸੰਗਰੂਰ ਦੇ ਇਲਾਕੇ ਦੇ ਵਿੱਚ ਕੋਈ ਮਹਾਤਮਾ ਰਹਿੰਦੇ ਸੀ, ਕਾਫੀ ਚੜ੍ਹਦੀ ਕਲਾ ਵਾਲੇ ਮਹਾਤਮਾ ਹੁੰਦੇ ਸੀ। ਉਹ ਕਹਿੰਦੇ ਸੀ ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤਕਰੀਬਨ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਜਾਂਦੇ ਸੀ। ਜਦ ਕਹਿੰਦੇ ਇੱਕ ਵਾਰੀ ਅਸੀਂ ਗਏ, ਉਸ ਸਮਾਂ ਜਿਹੜਾ ਉਹ ਗਰਮੀਆਂ ਦਾ ਸੀਗਾ, ਅਤੇ ਰਸਤੇ ਦੇ ਵਿੱਚ ਸਾਨੂੰ ਇੱਕ ਸਿੱਖ ਜਿਹੜੀ ਬੀਬੀ ਸਾਨੂੰ ਮਿਲੀ। ਕਹਿੰਦੇ ਸਾਨੂੰ ਕਹਿਣ ਲੱਗੀ ਕਿ ਮਹਾਂਪੁਰਖੋ, ਜਦੋਂ ਤੁਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਵਾਪਸ ਆਉਂਗੇ ਅਤੇ ਸਾਡੇ ਘਰ ਆ ਕੇ ਜ਼ਰੂਰ ਤੁਸੀਂ ਆਪਣੇ ਚਰਨ ਪਾਉਣੇ। ਕਹਿੰਦੇ ਗਰਮੀਆਂ ਬੜੀਆਂ ਸੀਗੀਆਂ ਤਾਂ ਮੈਂ ਉਸ ਬੀਬੀ ਨੂੰ ਕਹਿ ਤਾ, ਮੈਂ ਕਿਹਾ ਚਲੋ ਠੀਕ ਹੈ, ਅਗਰ ਤੂੰ ਇੰਨਾ ਹੀ ਜ਼ਿਆਦਾ ਸਾਨੂੰ ਜ਼ੋਰ ਪਾਉਂਦੀ ਆ ਤਾਂ ਅਸੀਂ ਜਾਂਦੇ ਜਾਂਦੇ ਤੇਰੇ ਘਰ ਜ਼ਰੂਰ ਜਿਹੜਾ ਚਰਨ ਪਾ ਦਿਆਂਗੇ। ਖੈਰ ਕਹਿੰਦੇ ਅਸੀਂ ਮਹਾਂਪੁਰਖਾਂ ਦੀ ਦਰਸ਼ਨ ਕਰਕੇ ਸੇਵਾ ਕਰਕੇ ਜਦ ਵਾਪਸ ਆਏ, ਅਸੀਂ ਆ ਕੇ ਸਿੱਧੇ ਉਸ ਬੀਬੀ ਦੇ ਘਰ ਚਲੇ ਗਏ। ਘਰ ਜਾ ਕੇ ਅਸੀਂ ਕੀ ਦੇਖਿਆ, ਉਸ ਬੀਬੀ ਨੇ ਸਾਡੇ ਥੋੜ੍ਹਾ ਜਿਹਾ ਪਰਾਤ ਦੇ ਵਿੱਚ ਠੰਡਾ ਜਲ ਲਿਆਂਦਾ, ਸਾਡੇ ਚਰਨ ਸਾਫ਼ ਕੀਤੇ। ਜਦ ਚਰਨ ਸਾਫ਼ ਕੀਤੇ, ਕਹਿੰਦੇ ਅਸੀਂ ਤੁਰ ਕੇ ਆ ਰਹੇ ਸੀਗੇ, ਅਤੇ ਜਦੋਂ ਨੇ ਚਰਨ ਸਾਡੇ ਸਾਫ਼ ਕੀਤੇ, ਉਹ ਠੰਡਾ ਪਾਣੀ ਪਾਉਣ ਦੇ ਨਾਲ ਸਾਨੂੰ ਬੜੀ ਰਾਹਤ ਮਹਿਸੂਸ ਹੋਈ, ਬੜੀ ਖੁਸ਼ੀ ਹੋਈ। ਉਸ ਤੋਂ ਬਾਅਦ ਫਿਰ ਕਹਿੰਦੇ ਉਸ ਬੀਬੀ ਨੇ ਸਾਨੂੰ ਇੱਕ ਗਲਾਸ ਜਿਹੜਾ ਸ਼ਿਕੰਜਵੀ ਦਾ ਉਹ ਤਿਆਰ ਕਰਕੇ ਕਹਿੰਦੇ ਸਾਨੂੰ ਛਕਾਇਆ। ਬਸ ਉਹ ਸ਼ਿਕੰਜਵੀ ਦਾ ਜੋ ਸ਼ਰਬਤ ਸੀਗਾ, ਕਹਿੰਦੇ ਉਹਦੇ ਪੀਣ ਦੇ ਨਾਲ ਜਿੱਥੇ ਸਾਡੇ ਪਹਿਲਾਂ ਪੈਰਾਂ ਨੂੰ ਜਲ ਨਾਲ ਠੰਡ ਪਈ, ਉੱਥੇ ਸਾਡੇ ਅੰਦਰ ਜਿਹੜੀ ਸੀ ਉਹ ਸ਼ਿਕੰਜਵੀ ਦੇ ਨਾਲ ਠੰਡ ਵੀ ਬਣ ਗਈ ਹੈ। ਉਸ ਤੋਂ ਬਾਅਦ ਫਿਰ ਬੀਬੀ ਨੇ ਸਾਨੂੰ ਕੁਛ ਟਾਈਮ ਪੱਖਾ ਕੀਤਾ, ਕਿਉਂ ਗਰਮੀ ਬੜੀ ਸੀ। ਮਹਾਂਪੁਰਖ ਕਹਿੰਦੇ ਅਸੀਂ ਅੰਦਰ ਬੜੇ ਗਦਗਦ ਹੋਏ। ਉਸ ਤੋਂ ਬਾਅਦ ਫਿਰ ਬੀਬੀ ਨੇ ਸਾਨੂੰ ਬਹੁਤ ਵਧੀਆ ਚਾਹ ਜਿਹੜੀ ਸੀ ਉਹ ਬਣਾ ਕੇ ਛਕਾਈ ਆ, ਅਤੇ ਬਾਅਦ ਵਿੱਚ ਸਾਨੂੰ ਪ੍ਰਸ਼ਾਦਾ ਵੀ ਛਕਾਇਆ ਸੀ। ਸੋ ਮਹਾਂਪੁਰਖ ਕਹਿੰਦੇ ਜਦੋਂ ਉਹ ਬੀਬੀ ਸਾਡੀ ਸੇਵਾ ਕਰ ਰਹੀ ਸੀ ਨਾ, ਕੁਦਰਤੀ ਅਚਨਚੇਤ ਉਹਨਾਂ ਦੀ ਇੱਕ ਗੁਆਂਢਣ ਜਿਹੜੀ ਸੀ, ਕਹਿੰਦੇ ਉਹਨਾਂ ਦੇ ਘਰ ਆ ਗਈ। ਉਸ ਗੁਆਂਢਣ ਨੇ ਕਹਿੰਦੇ ਉਸ ਬੀਬੀ ਨੂੰ ਇਸ ਤਰ੍ਹਾਂ ਸੇਵਾ ਕਰਦੇ ਦੇਖਿਆ, ਅਤੇ ਕਹਿੰਦੇ ਪਹਿਲਾਂ ਤਾਂ ਚੁੱਪ ਰਹੀ। ਜਦੋਂ ਅਸੀਂ ਬਾਹਰ ਆਏ ਅਤੇ ਕਹਿੰਦੇ ਉਹ ਬੀਬੀ ਸਾਨੂੰ ਕਹਿਣ ਲੱਗੀ ਕਿ ਤੁਸੀਂ ਸਾਡੇ ਵੀ ਘਰ ਆ ਕੇ ਚਰਨ ਪਾਇਓ, ਅਸੀਂ ਵੀ ਤੁਹਾਡੀ ਇਸ ਤਰ੍ਹਾਂ ਸੇਵਾ ਕਰਨੀ ਆ। ਕਹਿੰਦੇ ਫਿਰ ਅਸੀਂ ਉਹਨੂੰ ਆਖ ਦਿੱਤਾ ਕਿ ਬੀਬਾ ਗੱਲ ਇੰਨੀ ਆ ਕਿ ਹੁਣ ਤਾਂ ਅਸੀਂ ਜਾਣੀ ਆਪਣੇ ਆਸ਼ਰਮ ਜਾ ਰਹੇ ਹਾਂ, ਜਦੋਂ ਕਿਤੇ ਸਾਲ ਬਾਅਦ ਵਾਪਸ ਆਏ ਤਾਂ ਚੱਲ ਤੇਰਾ ਵਚਨ ਜਿਹੜਾ ਜ਼ਰੂਰ ਪੂਰਾ ਕਰਾਂਗੇ, ਤੇਰੇ ਘਰ ਅਸੀਂ ਜ਼ਰੂਰ ਪਹੁੰਚਾਂਗੇ। ਕਹਿੰਦੇ ਅਸੀਂ ਇਹ ਗੱਲ ਕਹਿ ਕੇ ਤਾਂ ਅਸੀਂ ਜਿਹੜੇ ਸੀ ਉਹ ਵਾਪਸ ਆਪਣੇ ਆਸ਼ਰਮ ਆ ਗਏ। ਤਕਰੀਬਨ ਕਹਿੰਦੇ ਫਿਰ ਅਸੀਂ ਤਕਰੀਬਨ ਸਾਲ ਬਾਅਦ ਦੇ ਅੰਦਰ ਜਦ ਦੁਬਾਰਾ ਗਏ ਮਹਾਂਪੁਰਖਾਂ ਦੇ ਦਰਸ਼ਨ ਕਰਨ, ਉਹਨਾਂ ਟਾਈਮਾਂ ਵਿੱਚ ਕਹਿੰਦੇ ਠੰਡ ਦਾ ਮੌਸਮ ਸੀਗਾ। ਕਹਿੰਦੇ ਜਦ ਠੰਡ ਦਾ ਮੌਸਮ ਸੀਗਾ ਅਤੇ ਕਹਿੰਦੇ ਵੀ ਅਸੀਂ ਉਸ ਬੀਬੀ ਨੂੰ ਕਹਿ ਦਿੱਤਾ ਕਿ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲਦੇ, ਆਉਂਦੇ ਆਉਂਦੇ ਤੇਰੇ ਘਰ ਆ ਕੇ ਜ਼ਰੂਰ ਅਸੀਂ ਜਾਣੀ ਤੇਰੀ ਜੋ ਭਾਵਨਾ ਹੈਗੀ ਆ ਸੇਵਾ ਕਰਨ ਦੀ, ਉਸ ਭਾਵਨਾ ਨੂੰ ਪੂਰਾ ਕਰਾਂਗੇ। ਕਹਿੰਦੇ ਠੰਡ ਦੇ ਦਿਨ ਸੀਗੇ, ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਉਹ ਜਿਹੜੀ ਬੀਬੀ ਗੁਆਂਢਣ ਸੀ ਉਹਦੇ ਘਰ ਪਹੁੰਚ ਗਏ। ਜਦ ਪਹੁੰਚੇ ਕਹਿੰਦੇ ਉਸ ਬੀਬੀ ਨੇ ਸਾਨੂੰ ਇੱਕ ਪਲੰਘ 'ਤੇ ਬਿਠਾ ਦਿੱਤਾ, ਉਸੇ ਤਰ੍ਹਾਂ ਬਿਠਾ ਲਿਆ ਜਿਵੇਂ ਉਹਦੀ ਗੁਆਂਢਣ ਨੇ ਪਹਿਲਾਂ ਜਿਹੜਾ ਸੀ ਸਾਨੂੰ ਸਾਲ ਪਹਿਲਾਂ ਜਾਣੀ ਕਿ ਉਹ ਸਾਡੀ ਸੇਵਾ ਉਹਨੇ ਗਰਮੀਆਂ 'ਚ ਕੀਤੀ ਸੀ, ਉਸੇ ਤਰ੍ਹਾਂ ਉਹਦੀ ਰੀਸੇ ਕਹਿੰਦੇ ਸਾਨੂੰ ਉਹਨੇ ਵੀ ਪਲੰਘ 'ਤੇ ਬਿਠਾ ਲਿਆ। ਉਸ ਤੋਂ ਬਾਅਦ ਕਹਿੰਦੇ ਉਹ ਬੀਬੀ ਜਿਹੜੀ ਸੀ ਇੱਕ ਪਰਾਤ ਲੈ ਕੇ ਆਈ। ਉਹ ਪਰਾਤ ਦੇ ਵਿੱਚ ਕਹਿੰਦੇ ਇੱਕ ਫਿਰ ਘੜਾ ਲੈ ਕੇ ਆਈ ਪਾਣੀ ਦਾ ਪਰਾਤ ਤੋਂ ਬਾਅਦ, ਅਤੇ ਉਹ ਘੜਾ ਜਿਹੜਾ ਸੀ ਬੜਾ ਠੰਡਾ ਸੀਗਾ। ਕਹਿੰਦੇ ਅਸੀਂ ਬੜੀ ਹੈਰਾਨੀ ਨਾਲ ਪੁੱਛਿਆ ਵੀ ਇੰਨਾ ਜਲ ਕੀ ਕਰਨਾ ਹੈ, ਅਤੇ ਉਹ ਕਹਿਣ ਲੱਗੇ ਕਿ ਤੁਸੀਂ ਸਾਨੂੰ ਸੇਵਾ ਨਹੀਂ ਬਖਸ਼ੋਗੇ, ਅਸੀਂ ਤੁਹਾਡੇ ਚਰਨ ਧੋਣੇ ਆ। ਕਹਿੰਦੇ ਮੈਂ ਮਨ 'ਚ ਸੋਚਿਆ ਵੀ ਇੰਨੇ ਜਲ ਦੇ ਨਾਲ ਕਿਉਂ, ਠੰਡ ਤਾਂ ਪਹਿਲਾਂ ਹੀ ਜ਼ਿਆਦਾ ਹੈਗੀ ਆ, ਅਤੇ ਬੀਬੀ ਜੇ ਅਗਰ ਸਾਡੇ ਪੈਰ ਜਿਹੜੀ ਹੈ ਉਹ ਧੋਵੇਗੀ ਤਾਂ ਸਾਨੂੰ ਹੋਰ ਵੀ ਠੰਡ ਜਿਹੜੀ ਲੱਗੇਗੀ। ਅਸੀਂ ਕਹਿੰਦੇ ਇਸ ਕਰਕੇ ਉਹਨੂੰ ਕਹਿ ਦਿੱਤਾ ਕਿ ਬੀਬਾ ਇਸ ਤਰ੍ਹਾਂ ਕਰ ਕਿ ਇੰਨਾ ਜਲ ਕੀ ਕਰਨਾ ਹੈ, ਤੂੰ ਭਾਵਨਾ ਹੀ ਪੂਰੀ ਕਰਨੀ ਹੈ, ਤੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਸਾਡਾ ਜਿਹੜਾ ਅੰਗੂਠਾ ਹੈਗਾ ਉੱਥੇ ਤੂੰ ਆਪਣਾ ਜਲ ਛਿੜਕ ਦੇ।
ਕਹਿੰਦੇ ਇੰਨੀ ਗੱਲ ਹੋਈ ਤਾਂ ਕਹਿੰਦੇ ਬੀਬੀ ਕਹਿਣ ਲੱਗੀ ਨਹੀਂ ਜੀ, ਮੈਂ ਤਾਂ ਪੂਰਾ ਘੜਾ ਭਰ ਕੇ ਲੈ ਆਈ ਹਾਂ। ਉਸ ਗੁਆਂਢਣ ਨੇ ਤਾਂ ਤੁਹਾਡੇ ਪੈਰ ਇੰਨੀ ਪੂਰੀ ਤਰ੍ਹਾਂ ਧੋਤੇ ਸੀ ਅਤੇ ਤੁਸੀਂ ਮੈਨੂੰ ਇਕੱਲਾ ਅੰਗੂਠਾ ਜਿਹੜਾ ਹੈਗਾ ਉਹ ਧੋਣ ਵਾਸਤੇ ਆਖਦੇ ਆ। ਕਹਿੰਦੇ ਫਿਰ ਇਹ ਗੱਲ ਸੁਣ ਕੇ ਕਹਿੰਦੇ ਮੈਂ ਚੁੱਪ ਕਰ ਗਿਆ। ਉਸ ਬੀਬੀ ਨੇ ਕਹਿੰਦੇ ਪੂਰੇ ਉਹ ਜਲ ਦਾ ਘੜਾ ਜਿਹੜਾ ਪਾਣੀ ਬੜਾ ਠੰਡਾ ਸੀਗਾ ਉਹਦੇ ਨਾਲ ਸਾਡੇ ਕਹਿੰਦੇ ਜਿਹੜੇ ਚਰਨ ਸੀਗੇ ਕਹਿੰਦੇ ਉਹਨਾਂ ਦੇ ਪਾਉਣ ਲੱਗ ਪਏ। ਕਹਿੰਦੇ ਅਸੀਂ ਨਾ ਚਾਹੁੰਦੇ ਹੋਏ ਵੀ ਜਣੀਆਂ ਨੇ ਕਹਿੰਦੇ ਇੱਕ ਚੀਸੀ ਵੱਟ ਕੇ ਜਿਹੜੇ ਬੈਠੇ ਰਹੇ, ਪਰ ਕਹਿੰਦੇ ਉਹ ਬੀਬੀ ਜਿਹੜੀ ਸੀ ਆਪਣੇ ਧਿਆਨ 'ਚ ਲੱਗੀ ਰਹੀ। ਅਤੇ ਮੈਂ ਕਹਿੰਦੇ ਜਿਵੇਂ ਉਸ ਬੀਬੀ ਨੂੰ ਆਖਿਆ ਕਿ ਬੀਬਾ ਬਸ ਕਰ, ਹੁਣ ਇੰਨਾ ਜਲ ਬਹੁਤ ਆ, ਪਰ ਉਹ ਬੀਬੀ ਕਹਿੰਦੇ ਵਾਰ-ਵਾਰ ਇਹ ਕਹੀ ਜਾਵੇ ਤੁਸੀਂ ਸਾਨੂੰ ਸੇਵਾ ਨਹੀਂ ਬਖਸ਼ਣੀ। ਉਸ ਗੁਆਂਢਣ ਨੇ ਤਾਂ ਕਿ ਇੰਨਾ ਚਿਰ ਤੁਹਾਡੇ ਜਲ ਦੇ ਨਾਲ ਤੁਹਾਡੇ ਪੈਰ ਜਿਹੜੇ ਸੀ ਧੋਤੇ ਸੀਗੇ ਅਤੇ ਮੈਂ ਵੀ ਪੂਰਾ ਹੀ ਘੜਾ ਵਰਤੂੰਗੀ। ਕਹਿੰਦੇ ਫਿਰ ਕੀ ਕਰਨਾ ਸੀ, ਚੁੱਪ ਕਰ ਗਏ। ਉਸ ਤੋਂ ਬਾਅਦ ਕਹਿੰਦੇ ਫਿਰ ਉਹ ਬੀਬੀ ਦੁਬਾਰਾ ਫਿਰ ਰਸੋਈ 'ਚ ਗਈ। ਕਹਿੰਦੇ ਇੱਕ ਵੱਡਾ ਸਾਰਾ ਜਿਹੜਾ ਗਲਾਸ ਜਿਹਨੂੰ ਅਸੀਂ ਕੰਗਣੀ ਵਾਲਾ ਗਲਾਸ ਆਖਦੇ ਹਾਂ, ਉਹ ਕਹਿੰਦੇ ਸ਼ਿਕੰਜਵੀ ਦਾ ਭਰ ਕੇ ਮੇਰੇ ਬਸ 'ਚ ਲਈ ਅਤੇ ਮੈਨੂੰ ਕਹਿਣ ਲੱਗੀ ਕਿ ਆਹ ਤੁਸੀਂ ਛਕ ਲਓ। ਕਹਿੰਦੇ ਮੈਂ ਉਹਨੂੰ ਪੁੱਛਿਆ ਇਹ ਕੀ ਆ? ਕਹਿੰਦੇ ਸ਼ਿਕੰਜਵੀ ਆ। ਕਹਿੰਦੇ ਮੈਂ ਕਿਹਾ ਬੀਬਾ ਸ਼ਿਕੰਜਵੀ ਦੀ ਕੀ ਲੋੜ ਸੀਗੀ? ਉਹ ਕਹਿਣ ਲੱਗੀ ਗੁਆਂਢੀਆਂ ਦੇ ਘਰੋਂ ਤਾਂ ਤੁਸੀਂ ਉਦੋਂ ਸ਼ਿਕੰਜਵੀ ਛਕੀ ਸੀ ਅਤੇ ਮੈਂ ਇਹ ਜਿਹੜੀ ਸ਼ਿਕੰਜਵੀ ਆ ਕਿੱਡੀ ਦੂਰੋਂ ਨਿੰਬੂ ਲਿਆ ਕੇ ਤਿਆਰ ਕੀਤੇ ਆ ਅਤੇ ਇਸ ਕਰਕੇ ਤਾਂ ਤੁਹਾਨੂੰ ਛਕਣੀ ਪਊਗੀ। ਕਹਿੰਦੇ ਫਿਰ ਮੈਂ ਉਸ ਨੂੰ ਆਖਿਆ ਚਲੋ ਅਗਰ ਤੇਰੀ ਭਾਵਨਾ ਹੈਗੀ ਆ ਤੂੰ ਸਾਨੂੰ ਥੋੜ੍ਹੇ ਜਿਹੇ ਗਲਾਸ ਦੇ ਵਿੱਚ ਅਲੱਗ 2-4 ਘੁੱਟ ਪਾ ਦੇ ਅਤੇ ਅਸੀਂ ਇੰਨੀ ਕੁ ਛਕ ਲੈਂਦੇ ਹਾਂ। ਪਰ ਉਹ ਬੀਬੀ ਕਹਿੰਦੇ ਵਾਰ-ਵਾਰ ਇਹੀ ਕਹੀ ਜਾਏ। ਉਸ ਵਾਰੀ ਤਾਂ ਤੁਸੀਂ ਪੂਰਾ ਗਲਾਸ ਛਕ ਲਿਆ ਸੀ ਗੁਆਂਢਣ ਦੇ, ਮੈਂ ਤਾਂ ਪੂਰਾ ਛਕਾ ਕੇ ਰਹੂੰਗੀ, ਤੁਸੀਂ ਸਾਨੂੰ ਸੇਵਾ ਨਹੀਂ ਬਖਸ਼ਣੀ ਹੈਗੀ ਆ। ਉਸ ਨੂੰ ਸਾਰੀ ਸੇਵਾ ਪਹਿਲਾਂ ਦੇ ਦਿੱਤੀ ਸੀ। ਕਹਿੰਦੇ ਮੁੱਲੋ ਮੁੱਲ ਹੀ ਉਸ ਬੀਬੀ ਨੇ ਕਹਿੰਦੇ ਸਾਨੂੰ ਜਿਹੜਾ ਸ਼ਿਕੰਜਵੀ ਦਾ ਜਿਹੜਾ ਵੱਡਾ ਗਲਾਸ ਹੈਗਾ ਕਹਿੰਦੇ ਪਿਲਾਤਾ। ਬਸ ਕਹਿੰਦੇ ਗਲਾਸ ਕਾਹਦਾ ਪੀਤਾ, ਪਹਿਲਾਂ ਤਾਂ ਪੈਰਾਂ ਨੂੰ ਬੜੀ ਠੰਡ ਚੜ੍ਹੀ। ਉਸ ਤੋਂ ਬਾਅਦ ਫਿਰ ਕਹਿੰਦੇ ਉਹ ਬੀਬੀ ਨੇ ਸ਼ਿਕੰਜਵੀ ਦਾ ਗਲਾਸ ਪਿਲਾਤਾ ਇੰਨੀ ਠੰਡ ਦੇ ਵਿੱਚ, ਉਹਦੇ ਨਾਲ ਕਹਿੰਦੇ ਸਾਡਾ ਜਿਹੜਾ ਅੰਦਰ ਸੀਗਾ ਹੋਰ ਵੀ ਜ਼ਿਆਦਾ ਸ਼ੀਤਲ ਹੋ ਗਿਆ। ਮਨ ਵਿੱਚ ਇਹ ਵਿਚਾਰ ਬੜਿਆ ਕਿ ਇਸ ਘਰ ਦੀ ਸੇਵਾ ਨਾਲ ਤਾਂ ਇੱਥੋਂ ਭੱਜਣਾ ਹੀ ਕਹਿੰਦੇ ਵਧੀਆ ਹੈਗਾ। ਕਹਿੰਦੇ ਹਜੇ ਅਸੀਂ ਸੋਚ ਹੀ ਰਹੇ ਸੀ ਕਿ ਸ਼ਿਕੰਜਵੀ ਦਾ ਗਲਾਸ ਪੀ ਕੇ ਅਤੇ ਕਹਿੰਦੇ ਬੀਬੀ ਇੱਕ ਵੱਡਾ ਸਾਰਾ ਪੱਖਾ ਲਿਆਈ ਅਤੇ ਕਹਿੰਦੇ ਸਾਨੂੰ ਇੰਨੀ ਠੰਡ ਵਿੱਚ ਪੱਖਾ ਕਰਨ ਲੱਗ ਪਈ। ਜਦੋਂ ਕਹਿੰਦੇ ਬੀਬੀ ਪੱਖਾ ਕਰਨ ਲੱਗੀ ਅਸੀਂ ਸੋਚਿਆ ਵੀ ਅਸੀਂ ਤਾਂ ਚੰਗੇ ਫਸੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹੋ ਜਿਹੀ ਸੇਵਾ ਜਿਹੜੀ ਆ ਨਾ ਕੀਤੀ, ਜਿਹੜੀ ਖਾਸ ਕਰਕੇ ਰੀਸ ਨਾਲ ਸੇਵਾ ਕੀਤੀ ਜਾਂਦੀ ਹੈ, ਇਹ ਕਦੀ ਵੀ ਮਹਾਂਪੁਰਖਾਂ ਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕਦੀ। ਕਿਉਂ? ਕਹਿੰਦੇ ਅਸੀਂ ਮਨ ਵਿੱਚ ਫੁਰਨਾ ਬਣਾਇਆ ਸੀਗਾ ਠੰਡ ਆ ਕਿ ਕਿਉਂਕਿ ਪੰਜਾਬ ਦੀ ਜਿਹੜੀ ਚਾਹ ਹੁੰਦੀ ਉਹ ਬਹੁਤ ਵਧੀਆ ਹੁੰਦੀ ਆ ਅਤੇ ਕਹਿੰਦੇ ਅਸੀਂ ਤਾਂ ਮਨ 'ਚ ਸੀਗਾ ਚਲੋ ਅੱਜ ਠੰਡ ਹੈ, ਅੱਜ ਵਧੀਆ ਚਾਹ ਕਰਕੇ ਚਲੋ ਇਹ ਬੀਬੀ ਜਿਹੜੀ ਆ ਸਾਨੂੰ ਛਕਾਊਗੀ। ਪਰ ਉਲਟਾ ਉਹਨੇ ਕਹਿੰਦੇ ਸ਼ਿਕੰਜਵੀ ਦਾ ਗਲਾਸ, ਉਹ ਵੀ ਜਿਹੜਾ ਵੱਡਾ ਜਿਹਨੂੰ ਕੰਗਣੀ ਵਾਲਾ ਗਲਾਸ ਕਹਿੰਦੇ ਸਾਡੇ ਅੱਗੇ ਧਰ ਦਿੱਤਾ ਸੀਗਾ। ਸੋ ਇਹੋ ਜਿਹੜੀ ਸੇਵਾ ਹੈ ਨਾ, ਜਿਹੜੀ ਵਿਵੇਕ ਤੋਂ ਬਗੈਰ ਕੀਤੀ ਜਾਵੇ, ਇਹ ਮਹਾਂਪੁਰਖਾਂ ਦੀ ਕਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕਦੇ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਇੱਕ ਹੋਰ ਵੀ ਜਿਹੜਾ ਬਚਨ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਸੀਗੇ ਕਿ ਇੱਕ ਵਾਰ ਇੱਕ ਕਿਸੇ ਬੀਬੀ ਦੇ ਘਰ ਮਹਾਤਮਾ ਆਏ। ਉਹ ਘਰ ਬੜਾ ਗਰੀਬ ਸੀਗਾ ਅਤੇ ਉਸ ਬੀਬੀ ਨੇ ਕੀ ਕੀਤਾ, ਉਹਨੂੰ ਮਹਾਤਮਾ ਦੀ ਸੇਵਾ ਦੇ ਵਾਸਤੇ ਘਰ ਦੇ ਵਿੱਚ ਜਿਹੜੀ ਰੁੱਖੀ ਮਿੱਸੀ ਸੀਗੀ ਜਾਂ ਜੋ ਥੋੜ੍ਹਾ ਬਹੁਤ ਜੋ ਸਬਜ਼ੀ ਪਾਣੀ ਜਾਂ ਥੋੜ੍ਹਾ ਜਿਹਾ ਸਾਗ ਜਿਹੜਾ ਉਹਨੇ ਬਣਾਇਆ ਸੀਗਾ, ਉਹ ਸਾਗ ਆਲੇ ਦੁਆਲੇ ਪੱਤੇ ਤੋੜ ਕੇ ਇਕੱਠਾ ਕਰਕੇ ਕੋਲ ਲੂਣਾ ਜਾਂ ਸਲੂਣਾ ਜਾਂ ਜਿਹੜਾ ਸਾਗ ਸੀਗਾ ਤਿਆਰ ਕੀਤਾ। ਬੜੀ ਸਾਦੀ ਰੋਟੀ ਕਹਿੰਦੇ ਉਹਨੇ ਤਿਆਰ ਕੀਤੀ ਅਤੇ ਉਹ ਤਿਆਰ ਕਰਕੇ ਕਹਿੰਦੇ ਸਾਡੇ ਅੱਗੇ ਰੱਖ ਦਿੱਤੀ। ਪਰ ਕਿਉਂਕਿ ਉਹਦੇ ਅੰਦਰ ਬੀਬੀ ਦੇ ਪ੍ਰੇਮ ਬੜਾ ਸੀ, ਭਾਵਨਾ ਬੜੀ ਸੀ। ਕਹਿੰਦੇ ਅਸੀਂ ਉਹਦੀ ਜਿਹੜੀ ਸਾਦੀ ਰੋਟੀ ਖਾ ਕੇ ਇੰਨੇ ਪ੍ਰਸੰਨ ਹੋਏ ਕਿ 36 ਪ੍ਰਕਾਰ ਦੇ ਭੋਜਨ ਵੀ ਜਿਹੜੇ ਉਸ ਬੀਬੀ ਦੇ ਪ੍ਰਸ਼ਾਦੇ ਦਾ ਮੁਕਾਬਲਾ ਨਹੀਂ ਕਰ ਸਕੇ। ਇੰਨਾ ਕਹਿੰਦੇ ਰਸ ਆਇਆ ਉਸ ਬੀਬੀ ਦੇ, ਕਿਉਂਕਿ ਗਰੀਬ ਸੀ। ਕਹਿੰਦੇ ਫਿਰ ਅਸੀਂ ਉਹਨੂੰ ਜਾਣ ਲੱਗੇ, ਕਹਿ ਦਿੱਤਾ ਬੀਬਾ ਕੋਈ ਗੱਲ ਨਹੀਂ, ਸਮਾਂ ਆਏਗਾ ਜਦੋਂ ਤੇਰੀ ਗਰੀਬੀ ਕੱਟੀ ਜਾਊਗੀ। ਕਹਿੰਦੇ ਅਸੀਂ ਕਹਿ ਕੇ ਚਲੇ ਗਏ। ਉਹ ਕਹਿੰਦੇ ਜਦੋਂ ਅਸੀਂ ਗਏ ਤਾਂ ਕੁਦਰਤੀ ਉਹਨਾਂ ਦੀ ਜਿਹੜੀ ਗੁਆਂਢਣ ਸੀ ਉਹ ਵੀ ਕਹਿੰਦੇ ਸਾਨੂੰ ਘਰ ਦੇ ਵਿੱਚ ਇਸ ਤਰ੍ਹਾਂ ਪ੍ਰਸ਼ਾਦਾ ਛਕਦਿਆਂ ਜਿਹੜੀ ਦੇਖਦੀ ਰਹੀ। ਅਖੀਰ ਕਹਿੰਦੇ ਉਹ ਬੀਬੀ ਕਹਿਣ ਲੱਗੀ ਕਿ ਅਸੀਂ ਵੀ ਮਹਾਤਮਾ ਨੂੰ ਪ੍ਰਸ਼ਾਦਾ ਛਕਾਉਣਾ ਹੈਗਾ। ਉਹ ਫਿਰ ਗੁਆਂਢਣ ਦੇ ਕੋਲ ਬੀਬੀ ਆਈ, ਜਿਹਦੇ ਗੁਆਂਢਣਾਂ ਦੇ ਕੋਲ ਜਾ ਕੇ ਮਹਾਤਮਾ ਨੇ ਪ੍ਰਸ਼ਾਦਾ ਛਕਿਆ ਸੀ। ਉਸ ਗੁਆਂਢਣ ਕੋਲ ਆ ਕੇ ਫਿਰ ਬੀਬੀ ਨੇ ਉਸ ਗੁਆਂਢਣ ਨੂੰ ਇਹ ਪੁੱਛਿਆ ਸੀਗਾ ਵੀ ਤੂੰ ਮਹਾਤਮਾ ਦੀ ਕਿਵੇਂ ਸੇਵਾ ਕੀਤੀ ਸੀ। ਔਰ ਫਿਰ ਉਹ ਗੁਆਂਢਣ ਨੇ ਆਖਿਆ ਸੀਗਾ ਕਿ ਭੈਣੇ ਸੇਵਾ ਮੈਂ ਕੀ ਕਰਨੀ ਆ, ਜੋ ਘਰ ਵਿੱਚ ਰੁੱਖਾ ਮਿੱਠਾ ਸੀਗਾ ਮੈਂ ਸਾਰਾ ਬਣਾ ਕੇ ਪਰੋਸ ਕੇ ਤਾਂ ਮਹਾਂਪੁਰਖਾਂ ਦੇ ਅੱਗੇ ਰੱਖ ਦਿੱਤਾ ਸੀਗਾ। ਬਸ ਇਹੋ ਹੀ ਮੇਰੀ ਸੇਵਾ, ਹੋਰ ਤਾਂ ਮੇਰੀ ਸੇਵਾ ਨਹੀਂ ਸੀ। ਫਿਰ ਉਹ ਕਹਿਣ ਲੱਗੇ ਕਿ ਅਗਰ ਤੂੰ ਇੰਨੀ ਉਹਨਾਂ ਦੀ ਸੇਵਾ ਕੀਤੀ, ਮਹਾਂਪੁਰਖਾਂ ਨੇ ਤੈਨੂੰ ਕੀ ਸੀਸ ਦਿੱਤੀ? ਗੁਆਂਢਣ ਪੁੱਛਣ ਲੱਗੀ। ਪਰ ਬੀਬੀ ਕਹਿਣ ਲੱਗੀ, ਕਹਿੰਦੇ ਉਹ ਜਾਣ ਲੱਗੇ ਕਹਿ ਗਏ ਸੀਗੇ ਕਿ ਇਹ ਸੇਵਾ ਦਾ ਜਿਹੜਾ ਜਾਂ ਭਾਵ ਹੈ ਜਾਂ ਜੋ ਸੇਵਾ ਦਾ ਮੇਵਾ ਸਮਾਂ ਆਏਗਾ ਜਦੋਂ ਤੁਹਾਡੇ ਘਰ ਦੇ ਵਿੱਚ ਗਰੀਬੀ ਜਿਹੜੀ ਚਲੀ ਜਾਊਗੀ ਅਤੇ ਤੁਹਾਡੇ ਘਰ ਦੇ ਵਿੱਚ ਨੌਨੇ ਦੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਭੰਡਾਰ ਜਿਹੜੇ ਭਰੇ ਰਹਿਣਗੇ।
ਕਹਿੰਦੇ ਮਹਾਂਪੁਰਖ ਸਾਨੂੰ ਅਸੀਸ ਦੇ ਗਏ ਸੀ। ਸੋ ਬੀਬੀ ਕਹਿਣ ਲੱਗੀ ਕਿ ਜਦੋਂ ਹੁਣ ਮਹਾਤਮਾ ਆਉਣਗੇ ਹੈ ਨਾ, ਤੇ ਮੈਨੂੰ ਵੀ ਦੱਸੀ, ਮੈਂ ਵੀ ਉਹਨਾਂ ਦੀ ਸੇਵਾ ਕਰਨੀ ਆ। ਮਹਾਂਪੁਰਖ ਦੱਸਦੇ ਸੀਗੇ, ਦੇਖੋ ਉਹ ਬੀਬੀ ਵੀ ਉਹਨਾਂ ਮਹਾਤਮਾ ਨੂੰ ਲੱਭ ਕੇ ਹੈ ਨਾ ਆਪਣੇ ਘਰ ਲਈ, ਜਦ ਘਰ ਲਈ ਉਸੇ ਗਵਾਂਢਣ ਦੇ ਰੀਸ ਦੇ ਨਾਲ ਉਹਨੇ ਵੀ ਉਸੇ ਤਰ੍ਹਾਂ ਜਿਹੜੀ ਰੁੱਖੀ ਮਿੱਸੀ ਰੋਟੀ ਤਿਆਰ ਕੀਤੀ, ਉਸੇ ਤਰ੍ਹਾਂ ਜੋ ਉਹਨੇ ਦਾਲ ਸਬਜ਼ੀ ਬਣਾਈ ਸੀ ਉਹੀ ਸਬਜ਼ੀ ਤਿਆਰ ਕੀਤੀ, ਬਿਲਕੁਲ ਉਸੇ ਤਰ੍ਹਾਂ ਕਰਕੇ ਨਾ ਮਹਾਤਮਾ ਦੇ ਕੇ ਰੱਖ ਦਿੱਤੀ। ਮਹਾਤਮਾ ਵੀ ਤੁਹਾਨੂੰ ਪਤਾ ਜਾਣ ਸੀਗੇ, ਉਹਨੇ ਵੀ ਸਮਝ ਲਿਆ ਕਿ ਇਹ ਬੀਬੀ ਜਿਹੜੀ ਹੈ ਇਹ ਸੇਵਾ ਤਾਂ ਕਰ ਰਹੀ ਹੈ ਪਰ ਰੀਸ 'ਚ ਕਰ ਰਹੀ ਹੈ, ਵਿਵੇਕ 'ਚ ਨਹੀਂ ਕਰ ਰਹੀ। ਸੋ ਮਹਾਂਪੁਰਖ ਚੁੱਪ ਰਹੇ। ਉਹਨਾਂ ਨੇ ਉਸੇ ਤਰ੍ਹਾਂ ਥੋੜ੍ਹਾ ਜਿਹਾ ਪ੍ਰਸ਼ਾਦਾ ਛਕਿਆ ਅਤੇ ਉਹ ਪ੍ਰਸ਼ਾਦਾ ਛਕ ਕੇ ਨਾ ਮਹਾਂਪੁਰਖ ਉੱਥੋਂ ਚਲੇ ਗਏ। ਪਰ ਜਾਣ ਤੋਂ ਬਾਅਦ ਹੈ ਨਾ ਉਹ ਬੀਬੀ ਕਹਿਣ ਲੱਗੀ, ਮਹਾਂਪੁਰਖੋ ਸਾਨੂੰ ਅਸੀਸ, ਕਹਿੰਦੇ ਕੋਈ ਨਹੀਂ, ਜਦ ਸਮਾਂ ਆਏਗਾ ਨਾ ਤਾਂ ਤੈਨੂੰ ਇਸ ਪ੍ਰਸ਼ਾਦੇ ਦਾ ਫਲ ਜ਼ਰੂਰ ਮਿਲੇਗਾ ਜੋ ਤੂੰ ਸਾਨੂੰ ਛਕਾਇਆ ਹੈਗਾ। ਦੇਖੋ ਉਹ ਕਾਰਨ ਐਸਾ ਹੋਇਆ ਕਿ ਜਿਹੜੀ ਗਰੀਬ ਬੀਬੀ ਸੀ ਜਿਹਨੇ ਪਹਿਲਾਂ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਇਆ ਸੀਗਾ, ਬੜਾ ਸਾਦਾ ਭੋਜਨ ਬੜੇ ਪ੍ਰੇਮ ਦੇ ਵਿੱਚ, ਉਹਦੀ ਤਾਂ ਦਿਨਾਂ ਦੇ ਵਿੱਚ ਹੀ ਕਿਸਮਤ ਚਮਕਣ ਲੱਗੀ। ਉਹਦੇ ਘਰ ਦੇ ਜਿਹੜੀ ਨਹਾਰ ਬਦਲ ਗਈ, ਗਰੀਬੀ ਕੱਟੀ ਗਈ। ਉਹ ਟੱਬਰ ਜਿਹੜਾ ਬੜੇ ਖੁਸ਼ੀਆਂ ਤੇ ਖੇੜੇ ਦੇ ਵਿੱਚ ਤੇ ਆਨੰਦ ਧਨ ਦੌਲਤ ਵਿੱਚ ਖੇਡਣ ਲੱਗਾ। ਪਰ ਇਹ ਬੀਬੀ ਜਿਹੜੀ ਅਮੀਰ ਸੀਗੀ, ਜਿਹੜੀ ਗਵਾਂਢਣ ਸੀਗੀ, ਜਿਹਨੇ ਰੀਸ ਦੇ ਵਿੱਚ ਮਹਾਂਪੁਰਖਾਂ ਦੀ ਸੇਵਾ ਕੀਤੀ ਸੀ, ਇਹਦੇ ਸਮੇਂ ਦੇ ਵਿੱਚ ਨਾ ਦਿਨੋਂ ਦਿਨ ਇਹਨੂੰ ਘਾਟੇ ਪੈਣੇ ਸ਼ੁਰੂ ਹੋਏ। ਜਦ ਘਾਟੇ ਪੈਣੇ ਸ਼ੁਰੂ ਹੋਏ ਬੜੀ ਤੰਗ ਹੋਈ। ਜਦ ਤੰਗ ਹੋਈ ਅਖੀਰ ਫਿਰ ਮਹਾਂਪੁਰਖਾਂ ਦੇ ਪਾਸ ਗਈ, ਕਹਿਣ ਲੱਗੀ ਕਿ ਦੇਖੋ ਮਹਾਂਪੁਰਖੋਂ ਤੁਹਾਡਾ ਨਿਸਾਬ ਠੀਕ ਨਹੀਂ ਹੈ। ਮਹਾਂਪੁਰਖ ਕਹਿਣ ਲੱਗੇ ਦੱਸੋ ਕੀ ਗੱਲ ਹੋਈ। ਉਹ ਬੀਬੀ ਕਹਿਣ ਲੱਗੀ ਕਿ ਮੇਰੇ ਗਵਾਂਢਣ ਨੇ ਜਿਹੜੀ ਤੁਹਾਡੀ ਸੇਵਾ ਕੀਤੀ, ਪ੍ਰਸ਼ਾਦੇ ਨਾਲ ਕੀਤੀ ਸੀਗੀ, ਉਹਦੇ ਘਰ ਦੇ ਵਿੱਚ ਤਾਂ ਲਹਿਰਾਂ ਬਹਿਣਾ ਬਣ ਗਈਆਂ। ਮੈਂ ਵੀ ਤੁਹਾਡੀ ਉਸ ਤਰ੍ਹਾਂ ਸੇਵਾ ਕੀਤੀ, ਪਰ ਮੇਰੇ ਘਰ ਦੇ ਵਿੱਚ ਜਿਹੜੀ ਸਾਰੀ ਗਰੀਬੀ ਆ ਗਈ ਆ। ਮੇਰਾ ਜਿੰਨਾ ਵੀ ਆਉਣ ਜਾਣ ਦਾ ਜੋ ਵੀ ਸਾਰਾ ਸਰਮਾਇਆ ਸੀਗਾ ਉਹ ਦਿਨੋਂ ਦਿਨ ਜਿਹੜਾ ਹੈਗਾ ਉਹ ਦੂਰ ਹੁੰਦਾ ਗਿਆ ਹੈਗਾ, ਅਤੇ ਮੇਰੇ ਘਰ ਦੇ ਵਿੱਚ ਤਾਂ ਸਾਰੀਆਂ ਜਿਹੜੀਆਂ ਲਾਹਨਤਾਂ, ਗਰੀਬੀ ਜਾਂ ਸਾਰਾ ਕੁਛ ਇਹ ਭਰ ਗਿਆ ਹੈਗਾ। ਜਦ ਇਹ ਗੱਲ ਉਸ ਬੀਬੀ ਨੇ ਮਹਾਤਮਾ ਨੂੰ ਦੱਸੀ ਤਾਂ ਮਹਾਤਮਾ ਹੱਸ ਕੇ ਕਹਿਣ ਲੱਗੇ, ਕਹਿੰਦੇ ਬੀਬੀ ਗੱਲ ਇੱਕ ਹੈਗੀ ਆ, ਗੱਲ ਭਾਵਨਾ 'ਤੇ ਖੜੀ ਆ। ਉਹ ਬੜੀ ਹੈਰਾਨ ਹੋਈ, ਕਹਿੰਦੀ ਮੈਂ ਸਮਝੀ ਨਹੀਂ। ਮਹਾਂਪੁਰਖ ਕਹਿੰਦੇ ਦੇਖ, ਉਹ ਜਿਹੜੀ ਪਹਿਲੀ ਤੇਰੀ ਗਵਾਂਢਣ ਗਰੀਬ ਬੀਬੀ ਸੀਗੀ, ਉਹਦੇ ਪਾਸ ਜੋ ਕੁਛ ਵੀ ਸੀਗਾ ਹੈ ਨਾ, ਉਹਨੇ ਚਾਹੇ ਸਾਦਾ ਭੋਜਨ ਸੀਗਾ, ਉਹਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਸਾਡੇ ਅੱਗੇ ਰੱਖਿਆ ਸੀਗਾ। ਕਿਉਂ? ਉਹਦੀ ਹੈਸੀਅਤ, ਉਹਦੀ ਗਰੀਬੀ ਦਾ ਕਾਰਨ ਸੀਗਾ ਕਿ ਉਹ ਮਜਬੂਰ ਸੀਗੀ ਕਿ ਉਹਨੂੰ ਸਾਦਾ ਭੋਜਨ ਬਣਾਉਣਾ ਪਿਆ। ਪਰ ਤੇਰੇ ਘਰ ਦੇ ਵਿੱਚ ਜਦੋਂ ਤੂੰ ਸਾਨੂੰ ਭੋਜਨ ਛਕਾਇਆ, ਤੇਰੇ ਘਰ ਵਿੱਚ ਤਾਂ ਉਦੋਂ ਲਹਿਰਾਂ ਬਹਿਰਾਂ ਸੀਗੀਆਂ, ਧਨ ਦੌਲਤ ਦੀ ਕੋਈ ਕਮੀ ਨਹੀਂ ਸੀਗੀ, ਹਰ ਪਾਸੇ ਹੀ ਤੇਰੀ ਜੈ ਜੈਕਾਰ ਸੀਗੀ ਸੰਸਾਰ ਦੇ ਅੰਦਰ। ਪਰ ਤੂੰ ਵੀ ਉਸ ਰੀਸ 'ਤੇ ਸਾਨੂੰ ਭੋਜਨ ਛਕਾਇਆ ਹੈਗਾ। ਅਤੇ ਜੇ ਤੂੰ ਉਹਦੀ ਰੀਸ ਨਾ ਕਰਦੀ, ਆਪਣੀ ਵਿੱਤ ਦੇ ਅਨੁਸਾਰ ਅਗਰ ਤੂੰ ਭਾਵੇਂ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਮੋਹਰੇ ਰੱਖਦੀ, ਤਾਂ ਫਿਰ ਤੇਰੀ ਵੀ ਚੜ੍ਹਦੀ ਕਲਾ ਹੋ ਜਾਣੀ ਸੀਗੀ। ਭਾਵ ਕੀ ਆ? ਇਹ ਸੁਣ ਕੇ ਫਿਰ ਬੀਬੀ ਚੁੱਪ ਕਰ ਗਈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿੱਥੇ ਸੇਵਾ ਕਰਨੀ ਹੋਵੇ ਨਾ, ਸੇਵਾ ਦੇ ਵਿੱਚ ਵਿਵੇਕ ਜ਼ਰੂਰ ਚਾਹੀਦੀ ਆ। ਜਿਵੇਂ ਦੇਖੋ ਇੱਕ ਕੋਈ ਗਰੀਬ ਪਰਿਵਾਰ ਹੈਗਾ, ਅਗਰ ਉਹ ਕਿਸੇ ਮਹਾਤਮਾ ਨੂੰ ਜਿਹੜੀ ਹੈ ਉਹ 1 ਰੁਪਈਆ ਆਪਣੀ ਵਿੱਤ ਦੇ ਅਨੁਸਾਰ, ਚਾਹੇ 5 ਰੁਪਈਏ ਚਾਹੇ 10 ਰੁਪਈਏ ਜਿਹੜੇ ਭੇਟਾ ਕਰਦਾ ਹੈਗਾ, ਅਤੇ ਇੱਕ ਜਿਹੜਾ ਅਮੀਰ ਆਦਮੀ ਹੈ ਜੋ ਲੱਖਾਂਪਤੀ ਕਰੋੜਾਂਪਤੀ ਹੈਗਾ, ਅਗਰ ਉਹ ਲੱਖ ਰੁਪਈਆ ਭੇਟ ਕਰਦਾ ਹੈ, ਅਤੇ ਦੋਨਾਂ ਦੀ ਸੇਵਾ ਜਿਹੜੀ ਹੈ ਨਾ ਉਹ ਗੁਰੂ ਘਰ ਦੇ ਅੰਦਰ ਜਾਂ ਗੁਰੂ ਦੀ ਨਜ਼ਰ ਦੇ ਵਿੱਚ ਇੱਕ ਬਰਾਬਰ ਮੰਨੀ ਜਾਂਦੀ। ਕਿਉਂਕਿ ਗਰੀਬ ਦੀ ਜਿੰਨੀ ਹੈਸੀਅਤ ਹੁੰਦੀ ਹੈ ਉਹ ਆਪਣੀ ਹੈਸੀਅਤ ਦੇ ਅਨੁਸਾਰ ਜਿਹੜੀ ਭੇਟਾ ਕਰਦਾ, ਪਰ ਅਗਰ ਅਮੀਰ ਜਿਹੜਾ ਹੈਗਾ ਉਹ ਵੀ ਆਪਣੀ ਹੈਸੀਅਤ ਦੇ ਨਾਲ ਜਿਹੜੇ ਹੈਗਾ ਉਹ ਭੇਟਾ ਕਰੇ, ਤਾਂ ਦੋਨਾਂ ਦੀ ਭੇਟਾ ਜਿਹੜੀ ਉਹ ਇੱਕ ਬਰਾਬਰ ਆ। ਕਿਉਂਕਿ ਇੱਥੇ ਹੈਸੀਅਤ ਦਾ ਸਵਾਲ ਹੈਗਾ। ਇੱਥੇ ਗਰੀਬ ਅਤੇ ਅਮੀਰ ਦੀ ਜੋ ਧਨ ਦੌਲਤ ਦੀ ਜੋ ਪੂੰਜੀ ਹੈਗੀ ਉਸ ਨੂੰ ਮੁੱਖ ਰੱਖ ਕੇ ਜਿਹੜਾ ਹੈ ਨਾ ਉਹ ਮਹਾਂਪੁਰਖ ਉਸ ਨੂੰ ਨਹੀਂ ਗਿਣਦੇ। ਉਹ ਦੇਖਦੇ ਉਸ ਦੀ ਭਾਵਨਾ ਕਿ ਕਿਸੇ ਦਾ ਰਹਿਣ ਸਹਿਣ ਦਾ ਜਿਹੜਾ ਜੀਵਨ ਹੈ ਜਾਂ ਸਟੈਂਡਰਡ ਹੈ ਉਹ ਉੱਚਾ ਹੈ, ਕਿਸੇ ਦਾ ਜਿਹੜਾ ਲੋ ਹੈਗਾ ਛੋਟਾ ਹੈਗਾ, ਕੋਈ ਗਰੀਬ ਹੈ ਕੋਈ ਅਮੀਰ ਆ, ਪਰ ਉਹ ਵਿੱਤ ਦੇਖਦੇ ਆ ਕਿ ਦੋਨਾਂ ਦੇ ਵਿੱਚ ਪ੍ਰੇਮ ਭਾਵਨਾ ਕਿੰਨੀ ਹੈਗੀ। ਇਸ ਕਰਕੇ ਮਹਾਂਪੁਰਖ ਜਾਣੀ ਕਿ ਸੇਵਾ ਦੇ ਅੰਦਰ, ਭੇਟਾ ਦੇ ਅੰਦਰ ਹੈ ਨਾ, ਹਰੇਕ ਪੁਰਖ ਦੀ ਵਿਵੇਕ ਪਰਖਦੇ ਹੈਗੇ। ਇਹ ਕਰਕੇ ਕੋਈ ਬਹੁਤ ਵੱਡਾ ਅਮੀਰ ਹੋਵੇ ਪਰ ਕੰਜੂਸੀ ਕਰੇ ਤਾਂ ਵੀ ਉਹਦੀ ਜਿਹੜੀ ਭੇਟਾ ਕਬੂਲ ਨਹੀਂ, ਲੇਕਿਨ ਉਹ ਅਗਰ ਬਹੁਤ ਵੱਡਾ ਦਾਨ ਦੇ ਦੇਵੇ ਤਾਂ ਵੀ ਉਹਦੀ ਭੇਟਾ ਅਗਰ ਉਹਦੀ ਹੈਸੀਅਤ ਦੇ ਅਨੁਸਾਰ ਜਿਹੜੀ ਹੈ ਉਨੀ ਹੀ ਪ੍ਰਸੰਨਤਾ ਦੇ ਨਾਲ ਜਿਹੜੀ ਆ ਉਹ ਮੰਨੀ ਜਾਂਦੀ, ਜਿੰਨੀ ਇੱਕ ਗਰੀਬ ਦੀ ਜਿਹੜੀ ਆ ਉਹ ਤੁਛ ਮਾਤਰ ਭੇਟਾ ਮੰਨੀ ਜਾਂਦੀ ਆ। ਇਸ ਕਰਕੇ ਸੇਵਾ ਦੇ ਅੰਦਰ ਜਿਹੜਾ ਵਿਵੇਕ ਆ ਹਮੇਸ਼ਾ ਹੀ ਪ੍ਰਧਾਨ ਚਾਹੀਦਾ ਹੈ, ਅਤੇ ਜਿੱਥੇ ਵਿਵੇਕ ਆ ਪ੍ਰਸੰਨਤਾ ਮਹਾਂਪੁਰਖਾਂ ਦੀ ਉੱਥੇ ਹੀ ਹੁੰਦੀ ਆ, ਅਤੇ ਜਿੱਥੇ ਪ੍ਰਸੰਨਤਾ ਆ ਗਈ ਤਾਂ ਉੱਥੇ ਫਿਰ ਸਭ ਕੁਛ ਹੀ ਆ ਜਾਂਦਾ ਹੈਗਾ। ਸੋ ਇਹ ਗੱਲ ਜਿਹੜੀ ਹੈ ਨਾ ਸਾਨੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਧਾਰਨ ਕਰਨੀ ਚਾਹੀਦੀ ਹੈ ਕਿ ਵਿਵੇਕ ਬੁੱਧ ਜਿਹੜੀ ਹੈ ਨਾ ਸਭ ਤੋਂ ਉੱਤਮ ਖੇਡ ਹੈ। ਵਿਵੇਕ ਬੁੱਧ ਨਾਲ ਕੀਤਾ ਗਿਆ ਕੋਈ ਵੀ ਕਾਰਜ ਜਿਹੜਾ ਹੈ ਨਾ ਉਹ ਸਿਖਰ ਨੂੰ ਪਹੁੰਚਦਾ ਹੈ, ਪ੍ਰਸੰਨਤਾ ਨੂੰ ਪਹੁੰਚਦਾ ਹੈਗਾ।
ਤੇ ਇਹ ਪ੍ਰਸੰਨਤਾ ਜਿਹੜੀ ਹੈ ਨਾ ਇਹ ਰੱਬ ਦੀ ਪ੍ਰਸੰਨਤਾ ਮੰਨੀ ਜਾਂਦੀ ਹੈ। ਤੇ ਜਿੱਥੇ ਵਾਹਿਗੁਰੂ ਜੀ ਪ੍ਰਸੰਨ ਹੈ ਉੱਥੇ ਤੁਹਾਡਾ ਲੋਕ ਤੇ ਪਰਲੋਕ ਜਿਹੜੇ ਹੈ ਨਾ ਦੋਨੇ ਸਹੇਲੇ ਹੋ ਸਕਦੇ ਆ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾ ਚੁਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।